हाँ जी बेटा, अज आप करांगे टॉपिक लास्ट क्लास ਦੇ ਵਿੱਚ ਆਪਾਂ ਕਰ ਚੁੱਕੇ ਹਾਂ ਕਿ ਗੁੱਡਵਿਲ ਦਾ ਕੀ ਟ੍ਰੀਟਮੈਂਟ ਹੁੰਦਾ ਹੈ। ਸੋ ਆਲਮੋਸਟ ਗੁੱਡਵਿਲ ਦਾ ਟ੍ਰੀਟਮੈਂਟ ਹੈ ਜਿਹੜਾ ਉਹਦਾ ਟੌਪਿਕ ਆਪਣਾ ਕੰਪਲੀਟ ਹੋ ਚੁੱਕਿਆ ਹੈ। ਨੈਕਸਟ ਹੈਗਾ ਸਾਡੇ ਕੋਲੇ ਕਿ ਜਦੋਂ ਪਾਰਟਨਰ ਰਿਟਾਇਰ ਹੋ ਰਿਹਾ ਹੈ ਤਾਂ ਇੱਕ ਹੋਰ ਸਿੰਪਲ ਚੀਜ਼ ਹੈ ਜਿਹੜੀ ਤੁਹਾਨੂੰ ਆਲਮੋਸਟ ਪਤਾ ਹੀ ਹੈ ਕਿ ਵਰਕਮੈਨ ਕੰਪਨਸੇਸ਼ਨ ਹੋ ਗਿਆ, ਰਿਜ਼ਰਵ ਹੋ ਗਏ, ਪ੍ਰੋਫਿਟਸ ਹੋ ਗਏ, ਇਹ ਆਪਾਂ ਸਾਰੇ ਕੀ ਕਰਨੇ ਨੇ ਪਾਰਟਨਰਸ ਦੇ ਕੈਪੀਟਲ ਅਕਾਊਂਟ ਦੇ ਵਿੱਚ ਕ੍ਰੈਡਿਟ ਕਰਨੀਆਂ ਹੁੰਦੀਆਂ ਨੇ। ਠੀਕ ਹੈ ਚੀਜ਼ਾਂ। ਸੋ ਮੈਨੂੰ ਲੱਗਿਆ ਕਿ ਇਹ ਚੀਜ਼ਾਂ ਤੇ ਆਪਾਂ ਨੂੰ ਜ਼ਿਆਦਾ ਟਾਈਮ ਵੇਸਟ ਨਹੀਂ ਕਰਨਾ ਚਾਹੀਦਾ। ਸੋ ਡਾਇਰੈਕਟਲੀ ਮੈਂ ਅੱਜ ਤੁਹਾਨੂੰ ਨਵਾਂ ਟੌਪਿਕ ਸਟਾਰਟ ਕਰਵਾ ਰਹੀ ਹਾਂ ਜਿਹਦਾ ਨਾਮ ਹੈਗਾ ਪਾਰਟਨਰਸ ਲੋਨ ਅਕਾਊਂਟ। ਹੁਣ ਆਪਾਂ ਨੂੰ ਪਤਾ ਹੈ ਕਿ ਜਦੋਂ ਪਾਰਟਨਰ ਜਾ ਰਿਹਾ ਹੈ ਤਾਂ ਓਬਵੀਅਸਲੀ ਜੇ ਉਹਦੀ ਅਮਾਊਂਟ ਕਾਫੀ ਜ਼ਿਆਦਾ ਹੈ, ਠੀਕ ਹੈ, ਜੇ ਉਹਦੀ ਅਮਾਊਂਟ ਉਹਨੂੰ ਜਿਹੜੀ ਪੇਮੈਂਟ ਕਰਨੀ ਹੈ ਉਹ ਕਾਫੀ ਜ਼ਿਆਦਾ, ਤਾਂ ਇੱਕਦਮ ਜਿਹੜੀ ਹੈ ਕੰਪਨੀ ਪੇ ਕਰਨ ਵੀ ਨਹੀਂ ਸਕਦੀ ਹੈਗੀ, ਤਾਂ ਕੰਪਨੀ ਇੰਸਟਾਲਮੈਂਟ ਦਾ ਜਿਹੜਾ ਮੈਥਡ ਹੈ ਉਹਨੂੰ ਅਡੋਪਟ ਕਰਦੀ ਹੈ। ਦੈਨ ਕੀ ਕਰਦੀ ਹੈ, ਪਾਰਟਨਰ ਨੂੰ ਪੇਮੈਂਟ ਹੈ ਜਿਹੜੀ ਉਹ ਕਰੇਗੀ। ਤਾਂ ਲੋਨ ਅਕਾਊਂਟ ਹੈ ਜਿਹੜਾ ਆਪਾਂ ਕਿਵੇਂ ਬਣਾਵਾਂਗੇ ਉਹਦੇ ਰਿਲੇਟਡ ਹੈ ਜਿਹੜਾ ਅੱਜ ਆਪਾਂ ਇਹ ਕੁਐਸਚਨ ਹੈ ਉਹਨੂੰ ਸੋਲਵ ਕਰਾਂਗੇ। ਠੀਕ ਹੈ ਜੀ, 1 ਮਿੰਟ ਸਕਰੀਨ ਸ਼ੇਅਰ ਕਰਦੀ ਹਾਂ ਮੈਂ ਤੁਹਾਡੇ ਨਾਲ। ਹਾਂਜੀ, ਸੋ ਬੇਟਾ ਸਾਡੇ ਕੋਲ ਇੱਕ ਕੁਐਸਚਨ ਹੈ, ਆਪਾਂ ਉਹਨੂੰ ਸੋਲਵ ਕਰਦੇ, ਉਹਨੂੰ ਦੇਖਦੇ ਹਾਂ ਕਿ ਕਿੱਦਾਂ ਜਿਹੜਾ ਹੈਗਾ ਪਾਰਟਨਰ ਦੇ ਆਪਾਂ ਲੋਨ ਅਕਾਊਂਟ ਹੈ ਜਿਹੜਾ ਉਹ ਆਪਣੇ ਲਈ ਹੈਲਪ ਕਰਦਾ, ਉਹ ਸਿੱਖਣਾ ਬਣਾਉਣਾ। ਹਾਂਜੀ, ਐਕਸ ਵਾਈ ਐਂਡ ਜ਼ੈਡ ਵਰ ਇਨ ਪਾਰਟਨਰਸ਼ਿਪ ਸ਼ੇਅਰਿੰਗ ਪ੍ਰੋਫਿਟ ਐਂਡ ਲॉसेस in the ratio of 3:1. Z retired from the firm on 1st April 2015. After adjustment, his capital shows a credit balance of 1 lakh on the date of retirement. ਰਿਟਾਇਰਮੈਂਟ ਦੀ ਡੇਟ ਤੇ 1 ਲੱਖ ਰੁਪਇਆ ਜਿਹੜਾ ਉਹਨੂੰ ਆਪਾਂ ਪੇ ਕਰਨਾ ਹੈਗਾ। ਇਹ Z is to be paid in 4 equal installments from 31st March 2016 along with the interest at the rate 10%. Prepare Z's loan account until he is paid the amount due to him. The firm closes its books on 31st March every year. ठीक है जी। सो सिंपली सानू अमाउंट भी दे रखी है, टाइम भी दे रखी है, सारा कुछ गिवन है, तो असीं ने की करना है ਪ੍ਰੋਪਰ ਜੈਡ ਦਾ ਜਿਹੜਾ ਹੈਗਾ ਲੋਨ ਅਕਾਊਂਟ ਪ੍ਰਪੇਅਰ ਕਰਾਂਗੇ। ਹੁਣ ਓਬਵੀਅਸ ਜੀ ਗੱਲ ਹੈ ਕਿ ਜਿਹੜੇ ਬੰਦੇ ਨੂੰ ਆਪਾਂ ਲੋਨ ਪੇ ਕਰਨਾ ਹੁੰਦਾ ਹੈ ਉਹਨੂੰ ਲੋਨ ਦੇ ਉੱਪਰ ਇੰਟਰਸਟ ਵੀ ਤਾਂ ਦੇਵਾਂਗੇ ਨਾ, ਤਾਂ ਉਹਨੂੰ ਇੰਟਰਸਟ ਹੈ ਜਿਹੜਾ ਉਹ ਦੇਣਾ ਬਣਦਾ ਹੈ। ਠੀਕ ਹੈ ਜੀ। ਤਾਂ ਇਹਨਾਂ ਨੇ ਨਾਲ ਕੁਐਸਚਨ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਕਿ ਇਕੁਅਲ ਇੰਸਟਾਲਮੈਂਟ ਦੇਣੀਆਂ ਨੇ 31 ਮਾਰਚ 2016 ਤੋਂ, ਕਾਹਦੇ ਨਾਲ 10% ਇੰਟਰਸਟ ਹੈ ਜਿਹੜਾ ਪੇ ਕਰਨਾ ਹੋਏਗਾ ਨਾਲ ਨਾਲ ਉਹਨੂੰ। ਠੀਕ ਹੈ ਜੀ। ਸੋ ਇਨ ਦਿਸ ਕੁਐਸਚਨ, ਸੋ ਆਪਾਂ ਜਿਹੜਾ ਕੁਐਸਚਨ ਆ ਉਹ ਇਸ ਤਰੀਕੇ ਨਾਲ ਸ਼ੋ ਕਰਾਂਗੇ। ਰਾਜੇ ਦੇਖੋ, ਮੈਂ ਇੱਕ ਐਗਜ਼ਾਮਪਲ ਲਈਏ ਫਿਲਹਾਲ। ਰਿਟਾਇਰਿੰਗ ਪਾਰਟਨਰਸ ਲੋਨ ਅਕਾਊਂਟ, ਰਿਟਾਇਰਿੰਗ ਪਾਰਟਨਰ ਦਾ ਲੋਨ ਅਕਾਊਂਟ ਹੈ ਜਿਹੜਾ ਉਹ ਆਪਾਂ ਲੈ ਰਹੇ ਹਾਂ। ਫਸਟਲੀ ਹੈਗਾ ਆਪਾਂ ਡੈਬਿਟ ਤੇ ਕ੍ਰੈਡਿਟ ਦੋ ਸਾਈਡਾਂ ਨੇਗੀਆਂ। ਜ਼ੈਡਸ ਲੋਨ ਅਕਾਊਂਟ, ਹੁਣ ਜਿਹੜਾ ਜ਼ੈਡ ਹੈ ਇਹਦਾ ਲੋਨ ਅਕਾਊਂਟ ਹੈਗਾ 31 ਮਾਰਚ 1 ਅਪ੍ਰੈਲ 2015 ਨੂੰ ਜਿਹੜਾ ਸੀਗਾ 1 ਲੱਖ ਰੁਪਏ ਦਾ ਸਾਨੂੰ ਲੋਨ ਸ਼ੋ ਹੋ ਰਿਹਾ ਸੀਗਾ। ਕੁਐਸਚਨ ਦੇ ਵਿੱਚ ਕਲੀਅਰਲੀ ਗਿਵਨ ਹੈ ਕਿ 1 ਅਪ੍ਰੈਲ 2015 ਨੂੰ ਜਿਹੜੀ ਸੀਗੀ ਉਹਦੀ ਅਮਾਊਂਟ ਸ਼ੋ ਹੋ ਰਹੀ ਹੈ, ਉਹਦੇ ਅਕਾਊਂਟ ਦੇ ਵਿੱਚ ਕ੍ਰੈਡਿਟ ਸ਼ੋ ਹੋ ਰਿਹਾ ਹੈ ਲੋਨ ਅਕਾਊਂਟ 'ਚ। ਠੀਕ ਹੈ, 1 ਲੱਖ ਰੁਪਇਆ। ਤਾਂ ਓਬਵੀਅਸ ਹੈ ਕਿ 1 ਸਾਲ ਲੰਘਦੇ ਯਾਨੀ ਕਿ 31 ਮਾਰਚ 2016 ਤੱਕ, 1 ਸਾਲ ਦੇ ਟਾਈਮ ਪੀਰੀਅਡ ਤੱਕ 1 ਸਾਲ ਦਾ ਜਿਹੜਾ ਇੰਟਰਸਟ ਹੈ ਉਹ ਕਿੰਨਾ ਬਣਿਆ 10% ਦੇ ਅਕੋਰਡਿੰਗ 10,000। ਸੋ ਟੋਟਲ ਅਮਾਊਂਟ ਬਣ ਗਈ ਜੀ 1,10,000। ਠੀਕ ਹੈ। ਸੋ ਉਹਦੇ ਵਿੱਚੋਂ ਇਹਨਾਂ ਨੇ ਕਿਹਾ ਹੋਇਆ ਕਿ ਅਸੀਂ ਨੇ ਜਿਹੜੀ ਪੇਮੈਂਟ ਹੈ ਉਹ ਕਰਾਂਗੇ। ਕਿੰਨੀਆਂ ਇੰਸਟਾਲਮੈਂਟ ਕਹੀਆਂ ਨੇ ਇਹਨਾਂ ਨੇ ਸਾਨੂੰ? 4 ਇਕੁਅਲ ਇੰਸਟਾਲਮੈਂਟ, 4 ਇੱਕੋ ਜਿਹੀਆਂ ਇੰਸਟਾਲਮੈਂਟਸ ਨੇ ਜਿਹੜੀਆਂ ਕਹਿੰਦੇ ਉਹ ਪੇ ਕਰਾਂਗੇ ਆਪਾਂ, ਤੇ ਇਸ ਤਰੀਕੇ ਨਾਲ ਲੋਨ ਹੈ ਜਿਹੜਾ ਉਹ ਉਤਾਰਿਆ ਜਾਊਗਾ। ਹਾਂਜੀ, ਸਭ ਤੋਂ ਪਹਿਲਾਂ ਹੈਗਾ ਸਾਡੇ ਕੋਲੇ
ਟੂ ਬੈਂਕ, ਠੀਕ ਹੈ। ਬੈਂਕ ਦਾ ਪੈਸਾ ਕਿੰਨਾ ਬਣਦਾ ਜੀ ਆਪਣੇ ਕੋਲ 10,000, ਠੀਕ ਹੈ। ਤੇ ਸੋਰੀ ਬੈਂਕ ਦਾ ਪੈਸਾ ਬਣ ਰਿਹਾ, ਜੇ ਆਪਾਂ ਹੁਣ 1 ਲੱਖ ਰੁਪਏ ਨੂੰ 4 ਕਿਸ਼ਤਾਂ 'ਚ ਵੰਡਦੇ ਹਾਂ, 4 ਇਕੁਅਲੀ ਇੰਸਟਾਲਮੈਂਟ 'ਚ ਵੰਡਾਂਗੇ ਤਾਂ ਕਿੰਨਾ ਬਣੂਗਾ, ਓਬਵੀਅਸਲੀ 25,000 ਤੇ ਈਚ, ਠੀਕ ਹੈ। ਤਾਂ ਜਿਹੜੀ ਹੈਗੀ ਹੈ ਅਮਾਊਂਟ ਹੈ ਉਹ ਕੀ ਹੈ, ਉਹਦੇ ਵਿੱਚ 10,000 ਦੀ ਜਿਹੜੀ ਆਪਾਂ ਨੇ ਇੰਟਰਸਟ ਦੀ ਪੇਮੈਂਟ ਵੀ ਕਰਨੀ ਹੈ, ਠੀਕ ਹੈ। 1 ਲੱਖ ਰੁਪਏ ਤੇ ਜਿਹੜਾ ਇੰਟਰਸਟ ਲੱਗਿਆ, ਠੀਕ ਹੈ ਜੀ। ਸੋ ਉਹ 1 ਲੱਖ ਰੁਪਏ ਤੇ 10,000 ਦੀ ਜਿਹੜੀ ਇੰਟਰਸਟ ਦੀ ਪੇਮੈਂਟ ਹੈ ਉਹ ਲੱਗ ਰਹੀ ਹੈ ਆਪਣੀ, ਤੇ ਟੋਟਲ ਅਮਾਊਂਟ ਹੋ ਗਈ 35,000। ਹਾਂਜੀ, ਤਾਂ 35,000 ਦੀ ਇੰਸਟਾਲਮੈਂਟ ਦੇ ਕੇ ਆਪਣੇ ਕੋਲ ਕਿੰਨਾ ਪਿੱਛੇ ਬਕਾਇਆ ਬਚ ਰਿਹਾ ਹੈ, 75,000। ਹੁਣ ਜਿਹੜਾ ਇੰਟਰਸਟ ਲੱਗਣਾ ਬੱਚੇ ਉਹ ਲੱਗੇਗਾ 75,000 ਦੇ ਉੱਪਰ। 75,000 ਤੇ 25% ਦੇ ਹਿਸਾਬ ਨਾਲ ਜਿਹੜੀ ਹੈਗੀ ਹੈ ਸੋਰੀ 75,000 ਦੇ ਉੱਪਰ 10% ਦੇ ਅਕੋਰਡਿੰਗ ਆਪਣੀ 7,500 ਦੀ ਅਮਾਊਂਟ ਹੈ ਜਿਹੜੀ ਕੀ ਹੋ ਰਹੀ ਹੈ, ਇੰਟਰਸਟ ਹੈ। ਹੁਣ ਜਿਹੜਾ ਇੰਟਰਸਟ ਹੈ ਇਹ ਇਹਦੇ ਅਕਾਊਂਟ 'ਚ ਜਾਏਗਾ, ਇਹਨੂੰ ਕੌਣ ਪੇ ਕਰੇਗਾ, ਇਹਨੂੰ ਕੰਪਨੀ ਪੇ ਕਰੇਗੀ। ਜਿਹੜੇ ਬਾਕੀ ਦੇ ਪਾਰਟਨਰਸ ਨੇ ਉਹ ਪੇ ਕਰਨਗੇ। ਸੈਕਿੰਡ ਜਿਹੜੀ ਇੰਸਟਾਲਮੈਂਟ ਹੈ ਬੱਚੇ 31 ਮਾਰਚ 2017 ਨੂੰ ਸ਼ੁਰੂ ਹੋ ਰਹੀ ਹੈ ਆਪਣੀ, ਤਾਂ ਕੀ ਐਂਟਰੀ ਹੋਏਗੀ, ਬੈਂਕ ਅਕਾਊਂਟ 25,000 ਪਲੱਸ 7,500 ਜਿਹੜਾ ਇੰਟਰਸਟ ਦੀ ਪੇਮੈਂਟ ਹੈ, ਟੋਟਲ ਇਹਨੂੰ 32,500 ਦੀ ਅਮਾਊਂਟ ਹੈ ਜਿਹੜੀ ਉਹ ਪੇ ਹੋ ਜਾਏਗੀ। ਤੇ ਬਕਾਇਆ ਕਿੰਨਾ ਰਹੇਗਾ ਇਹਦਾ 50,000। ਹੁਣ ਜਿਹੜਾ ਇਹ 50,000 ਬੈਲੈਂਸ ਕੈਰੀ ਡਾਊਨ ਹੈ ਨੈਕਸਟ ਈਅਰ ਦਾ, ਇਹ ਬਰੋਡ ਡਾਊਨ ਬਣ ਗਿਆ ਆਪਣਾ, ਠੀਕ ਹੈ ਜੀ। ਕਿ 50,000 ਰੁਪਏ ਤਾਂ ਆਪਾਂ ਦੇਣਾ ਹੀ ਦੇਣਾ ਹੈ, ਬਟ ਉਹ 50,000 ਤੇ ਸਭ ਤੋਂ ਪਹਿਲਾਂ 5% 5,000 ਦਾ ਜਿਹੜਾ ਹੈਗਾ ਇੰਟਰਸਟ ਬਣ ਗਿਆ 10% ਦੇ ਅਕੋਰਡਿੰਗ, ਠੀਕ ਹੈ। ਸੋ ਜਦੋਂ ਉਹਨੂੰ ਆਪਾਂ ਇੰਸਟਾਲਮੈਂਟ ਪੇ ਕਰਾਂਗੇ, ਇੰਸਟਾਲਮੈਂਟ ਹੈਗੀ ਹੈ 25,000 ਦੀ, ਬਟ ਉਹਦੇ ਵਿੱਚ ਇੰਟਰਸਟ ਹੈ ਜਿਹੜਾ ਉਹ ਵੀ ਐਡ ਕਰਾਂਗੇ। ਹੁਣ ਜਿਹੜਾ ਇੰਟਰਸਟ ਹੈ ਉਹ 5,000 ਦਾ ਆ ਚੁੱਕਿਆ, ਕਿੰਨਾ ਆ ਗਿਆ 30,000 ਟੋਟਲ ਅਮਾਊਂਟ ਹੈ, ਤੇ ਪਿੱਛੇ ਜਿਹੜਾ ਬਕਾਇਆ ਬਚਦਾ ਉਹ ਹੈਗਾ 25,000। ਸੋ ਟੂ ਬੈਲੈਂਸ ਕੈਰੀ ਡਾਊਨ। ਹੁਣ ਨੈਕਸਟ ਈਅਰ ਜਦੋਂ ਆ ਗਿਆ 4th ਇੰਸਟਾਲਮੈਂਟ ਆ ਗਈ ਜਿਹੜੀ ਆਪਣੀ, ਉਸ ਦਿਨ ਕੀ ਹੋ ਰਿਹਾ ਹੈ, 1 ਅਪ੍ਰੈਲ ਨੂੰ ਜਿਹੜਾ ਸੀਗਾ 25,000 ਰੁਪਇਆ ਜਿਹੜਾ ਉਹਦੇ ਅਕਾਊਂਟ 'ਚ ਸ਼ੋ ਹੋ ਰਿਹਾ ਸੀ, ਬਟ ਉਹਦੇ ਤੇ ਜਿਹੜਾ ਹੈਗਾ ਇੰਟਰਸਟ ਵੀ ਪੇ ਕਰਾਂਗੇ ਆਪਾਂ, ਕਿਉਂਕਿ 31 ਮਾਰਚ 2019 ਨੂੰ ਪੇਮੈਂਟ ਕਰਨੀ ਹੈ ਨਾ ਉਹਦੀ ਇੰਸਟਾਲਮੈਂਟ ਦੀ, ਤਾਂ 1 ਈਅਰ ਤੋਂ ਬਾਅਦ। ਸੋ 1 ਸਾਲ ਜਿਹੜੀ ਉਹਦੀ ਅਮਾਊਂਟ ਹੈ ਆਪਣੇ ਕੋਲ ਪਈ ਹੈ, ਤਾਂ ਉਹਦੇ ਤੇ ਇੰਟਰਸਟ ਪੇ ਕਰਾਂਗੇ ਆਪਾਂ 2,500। ਸੋ ਲਾਸਟ ਜਿਹੜੀ ਐਂਟਰੀ ਹੈ ਕੀ ਬਣੂਗੀ, ਟੂ ਬੈਂਕ ਦੀ, ਠੀਕ ਹੈ ਜੀ। ਟੂ ਬੈਂਕ 27,500। ਤਾਂ ਇੱਥੇ ਕੋਈ ਵੀ ਬੈਲੈਂਸ ਨਹੀਂ ਬਚੂਗਾ, ਕਿਉਂਕਿ ਓਵਰਆਲ ਜਿਹੜੀ ਉਹਦੀ ਪੇਮੈਂਟ ਆ ਉਹ ਕੰਪਲੀਟ ਹੋ ਚੁੱਕੀ ਹੈ। ਸੋ ਬੱਚੇ ਅਗਰ ਤੁਸੀਂ ਨੇ ਅਗਰ ਇਹਦੇ ਵਿੱਚ ਕੋਈ ਵੀ ਪ੍ਰੋਬਲਮ ਹੈ ਤਾਂ ਹੈਂਡ ਰੇਜ਼ ਕਰ ਸਕਦੇ ਹੋ। ਹਾਂਜੀ, ਕੋਈ ਵੀ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈ ਤਾਂ ਪੁੱਛ ਸਕਦਾ ਹੈ। ਓਕੇ, ਠੀਕ ਹੈ ਜੀ। ਸੋ ਨੈਕਸਟ ਸਾਡਾ ਕੁਐਸਚਨ ਹੈ ਜਿਹੜਾ ਉਹਨੂੰ ਸੋਲਵ ਕਰਦੇ ਹਾਂ ਆਪਾਂ। ਹਾਂਜੀ, ਇਸ ਦੇ ਵਿੱਚ ਕੀ ਕਿਹਾ ਗਿਆ ਸਾਨੂੰ, ਕਹਿੰਦੇ XYZ were partners in partnership sharing profits and losses equally। ਸਾਰਿਆਂ ਦੇ ਪ੍ਰੋਫਿਟ ਤੇ ਲਾਸ ਇਕੁਅਲੀ ਸ਼ੇਅਰ ਕੀਤੇ ਹੋਏ ਨੇ। ਜੈਡ ਹੈ ਜਿਹੜਾ ਉਹ ਰਿਟਾਇਰ ਹੋ ਰਿਹਾ ਫਾਰਮ ਦੇ ਵਿੱਚੋਂ ਆਫਟਰ ਐਡਜਸਟਮੈਂਟ, ਠੀਕ ਹੈ ਜੀ। ਐਡਜਸਟਮੈਂਟ ਤੋਂ ਬਾਅਦ ਜਿਹੜੀ ਉਹਦੀ ਕੈਪੀਟਲ ਹੈ ਉਹ 1 ਲੱਖ ਰੁਪਏ ਦਾ ਬੈਲੈਂਸ ਹੈ ਉਹ ਸ਼ੋਅ ਕਰ ਰਹੀ ਹੈ, ਠੀਕ ਹੈ ਜੀ। 1 ਅਪ੍ਰੈਲ 2016 ਨੂੰ, ਜਿਹੜੀ ਡੇਟ ਨੂੰ ਵੀ ਉਹਦਾ ਅਕਾਊਂਟ ਹੈ ਬੈਲੈਂਸ ਸ਼ੋਅ ਕਰ ਰਿਹਾ, ਉਹ ਅਕਾਊਂਟ ਉਹ ਡੇਟ ਆਪਣੇ ਲਿਖਣੀ ਕੰਪਲਸਰੀ ਹੁੰਦੀ ਹੈ। ਉਸ ਤੋਂ 1 ਸਾਲ ਬਾਅਦ ਫਿਰ ਆਪਾਂ ਇੰਟਰਸਟ ਪੇ ਕਰਨਾ ਹੁੰਦਾ ਤੇ ਫਸਟ ਇੰਸਟਾਲਮੈਂਟ ਹੈ ਜਿਹੜੀ ਪੇ ਕਰਨੀ ਹੁੰਦੀ ਹੈ, ਠੀਕ ਹੈ। ਸੋ ਕੀਪ ਇਟ ਇਨ ਮਾਈਂਡ ਆਲਵੇਜ਼। Z is to be paid 2 equal installment। ਸਭ ਤੋਂ ਪਹਿਲਾਂ ਤਾਂ ਇੰਸਟਾਲਮੈਂਟ ਨੂੰ ਅੰਡਰਲਾਈਨ ਕਰ ਲੈਣੀ ਆਪਾਂ ਕਿ ਕਿੰਨੀਆਂ ਇੰਸਟਾਲਮੈਂਟਸ ਦੇਣੀਆਂ ਨੇ, ਠੀਕ ਹੈ ਜੀ। ਤਾਂ ਸੈਕਿੰਡ ਜਿਹੜੀ 2 ਇੰਸਟਾਲਮੈਂਟਸ ਨੇ 37,500 ਦੀ 1 ਇੰਸਟਾਲਮੈਂਟ ਹੈ ਜਿਹੜੀ ਹੋਏ ਕਰੇਗੀ, ਠੀਕ ਹੈ ਜੀ। ਤਾਂ ਇੱਥੇ ਜਿਹੜਾ ਹੈਗਾ ਈਚ ਇਨਕਲੂਡ, ਤਾਂ ਉਹਦੇ ਵਿੱਚ ਆਲਰੇਡੀ ਇੰਟਰਸਟ ਹੈ ਜਿਹੜਾ ਇਨਕਲੂਡ ਕਰਕੇ ਦੇ ਰੱਖਿਆ ਔਨ ਦਾ outstanding balance of each year and the balance including interest in the third year। ਬੈਲੈਂਸ ਹਰ ਸਾਲ ਜੋੜਾਂਗੇ ਤੇ ਇੰਟਰਸਟ ਹੈ ਜਿਹੜਾ ਉਹ ਵੀ ਜੁੜੂਗਾ, ਠੀਕ ਹੈ ਜੀ, 3rd ਈਅਰ ਦਾ ਵੀ। ਓਕੇ, ਸੋ ਫਸਟਲੀ ਹੈਗਾ ਆਪਾਂ ਇਹਨੂੰ ਸ਼ੋਅ ਕਰਾਂਗੇ 1 ਅਪ੍ਰੈਲ 2016 ਨੂੰ
ਜੈਡ ਦੇ ਕੈਪੀਟਲ ਜੈਡ ਦੇ ਲੋਨ ਅਕਾਊਂਟ 'ਚ ਕਿੰਨੀ ਅਮਾਊਂਟ ਸ਼ੋ ਹੋ ਰਹੀ ਹੈ 1 ਲੱਖ ਰੁਪਇਆ, ਤਾਂ ਉਹ 'ਤੇ 1 ਈਅਰ ਦਾ ਇੰਟਰਸਟ ਕਿੰਨਾ ਬਣੇਗਾ 10,000। ਠੀਕ ਹੈ, 10,000 ਇੰਟਰਸਟ ਬਣ ਗਿਆ ਤਾਂ ਓਬਵੀਅਸ ਹੈ ਉੱਥੇ ਉਹਨਾਂ ਨੇ ਕਲੀਅਰਲੀ ਦੇ ਰੱਖਿਆ ਕਿ ਤੁਸੀਂ ਨੇ 37,500 ਦੀ ਕਿਸ਼ਤ ਦੇਣੀ ਹੈ। ਤਾਂ ਕੀ ਕਰਾਂਗੇ ਆਪਾਂ 37,500 ਦੀ ਜਿਹੜੀ ਇੰਸਟਾਲਮੈਂਟ ਹੈ ਫਸਟ ਇੰਸਟਾਲਮੈਂਟ ਦੇ ਕੇ ਬਾਕੀ ਜਿਹੜਾ ਬਕਾਇਆ ਰਹਿ ਗਿਆ ਉਹ ਬੈਲੈਂਸ ਕੈਰੀ ਡਾਊਨ ਹੈ। ਉਸ ਤੋਂ ਬਾਅਦ ਹਾਂਜੀ ਫਿਰ 1 ਈਅਰ ਦਾ ਜਿਹੜਾ ਇੰਟਰਸਟ ਹੈ ਉਹ ਲੱਗੇਗਾ। ਹੁਣ ਜਿਹੜਾ ਇੰਟਰਸਟ ਹੈ ਉਹ ਕਿਹਦੇ ਤੇ ਲੱਗ ਰਿਹਾ ਹੈ, ਜਿਹੜੀ ਅਮਾਊਂਟ ਬਚ ਰਹੀ ਹੈ ਹਰ ਸਾਲ। ਠੀਕ ਹੈ, 10% ਇੰਟਰਸਟ ਔਨ ਆਊਟਸਟੈਂਡਿੰਗ ਬੈਲੈਂਸ, ਵੀ ਜਿੰਨਾ ਪਿੱਛੇ ਰਹਿ ਗਿਆ ਫਸਟ ਇੰਸਟਾਲਮੈਂਟ ਪੇ ਕਰਨ ਤੋਂ ਬਾਅਦ ਉਹਦੇ ਤੇ ਲੱਗ ਰਹੀ ਹੈ। ਠੀਕ ਹੈ, 7250 ਰੁਪੀਜ਼ ਦਾ ਇੰਟਰਸਟ ਲੱਗ ਰਿਹਾ। ਇੱਥੋਂ ਵੀ 37,500 ਦੀ ਆਪਾਂ ਪੇਮੈਂਟ ਕਰ ਦਿਆਂਗੇ ਤੇ ਜਿਹੜੀ ਬੈਲੈਂਸ ਆ ਉਹ ਕਿੰਨਾ ਰਹਿ ਗਿਆ 42,250। ਤੇ ਉਸ ਤੋਂ ਬਾਅਦ ਇਸ ਬੈਲੈਂਸ ਨੂੰ ਆਪਾਂ ਅੱਗੇ ਲੈ ਆਵਾਂਗੇ 42,250 ਦਾ, ਤੇ ਇਹਦੇ ਤੇ ਇੰਟਰਸਟ ਹੈ ਜਿਹੜਾ ਪੇ ਹੋ ਗਿਆ ਆਪਣਾ 42,25। ਸੋ ਐਟ ਦਾ ਐਂਡ ਜਿਹੜੀ ਆਪਣੀ ਪੇਮੈਂਟ ਹੈ ਕਿੰਨੀ ਹੋਊਗੀ 46,475 ਰੁਪੀਜ਼ ਦੀ। 3 ਕਿਸ਼ਤਾਂ ਦੇ ਬਾਅਦ ਆਪਾਂ ਕੀ ਕਰਤਾ, ਇਹਦੀ ਪੇਮੈਂਟ ਸਾਰੀ ਜਿਹੜੀ ਹੋ ਚੁੱਕੀ ਹੈ। ਠੀਕ ਹੈ ਜੀ, ਤਾਂ ਇਹਨਾਂ ਨੇ ਕਿਹਾ ਕਿ ਬੈਲੈਂਸ ਕਲੋਡਿੰਗ 3rd ਈਅਰ 3 ਸਾਲਾਂ ਦੀ ਕਿਸ਼ਤਾਂ 2 ਕਹੀਆਂ ਸੀਗੀਆਂ, ਬਟ ਜਿਹੜੀ ਪੇਮੈਂਟ ਆ ਉਹ ਲੰਬੀ ਚਲੀ ਗਈ। 3 ਕਿਸ਼ਤਾਂ 'ਚ ਜਾ ਕੇ ਜਿਹੜੀ ਪੇਮੈਂਟ ਹੋ ਗਈ ਹੋਈ ਹੈ ਸਾਡੀ ਕੰਪਲੀਟ ਹੋਈ ਹੈ। ਸੋ ਇਹ ਬਹੁਤ ਇੰਪੋਰਟੈਂਟ ਟੌਪਿਕ ਹੈ ਬੱਚੇ, ਇਹਦੇ ਨਾਲ ਦੇ ਜਿਹੜੇ ਕੁਐਸਚਨਸ ਨੇ ਉਹ ਸੋਲਵ ਕਰਨੇ ਸਮਝਣੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਠੀਕ ਹੈ ਜੀ, ਸੋ ਬਹੁਤ ਸਿੰਪਲ ਨੇ ਕੁਐਸਚਨ, ਇਹਦੇ ਨਾਲ ਰਿਲੇਟਡ ਨੇ ਜਿਹੜੇ ਸੋ ਇਹ ਸੀਗਾ ਅੱਜ ਦਾ ਆਪਣਾ ਟੌਪਿਕ, ਤੇ ਮੈਂ ਤੁਹਾਨੂੰ ਕੁਐਸਚਨ ਦੇ ਰਹੀ ਹਾਂ, ਤੁਸੀਂ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਹੈ ਆਪਣੇ ਆਪ ਘਰ ਤੋਂ। ਠੀਕ ਹੈ, ਸੋ ਬੇਟਾ ਇਹ ਲੋਨ ਅਕਾਊਂਟ ਦਾ ਟੌਪਿਕ ਹੈ, ਇਹਨੂੰ ਕਰ ਲੈਣਾ ਬਿਲਕੁਲ ਧਿਆਨ ਦੇ ਨਾਲ। ਠੀਕ ਹੈ, ਕਾਫੀ ਜ਼ਿਆਦਾ ਇੰਪੋਰਟੈਂਟ ਚੈਪਟਰ ਹੈ ਸਾਡਾ, ਤੇ ਬਾਕੀ ਜਿਹੜਾ ਹੈਗਾ ਉਹ ਆਪਾਂ ਨਾਲ ਨਾਲ ਕਰਦੇ ਰਹਾਂਗੇ। ਸੋ ਦਿਸ ਇਜ਼ ਆਲ ਫॉर ਟੂਡੇ। ਇਸ ਤੋਂ ਬਾਅਦ ਇਹ ਚੈਪਟਰ ਦਾ ਬਸ ਇਹੀ ਟੌਪਿਕ ਹੈ ਜਿਹੜਾ ਜ਼ਿਆਦਾ ਇੰਪੋਰਟੈਂਟ ਹੈ। ਇਸ ਤੋਂ ਬਾਅਦ ਐਡਜਸਟਮੈਂਟ ਆਫ ਕੈਪੀਟਲ ਹੈ, ਉਹ ਆਪਾਂ ਅਗਲੀ ਕਲਾਸ ਦੇ ਵਿੱਚ ਜਿਹੜਾ ਹੈਗਾ ਕਰਾਂਗੇ ਕੈਲਕੂਲੇਟ। ਐਡਜਸਟਮੈਂਟ ਆਫ ਕੈਪੀਟਲ ਵੀ ਆਪਣੇ ਆਪ 'ਚ ਇੱਕ ਬਹੁਤ ਇੰਪੋਰਟੈਂਟ ਟੌਪਿਕ ਹੈ। ਆਈ ਹੋਪ ਕਿ ਜਰਨਲ ਐਂਟਰੀ ਅਗਰ ਤੁਹਾਨੂੰ ਕੋਈ ਵੀ ਆਉਂਦੀ ਹੈ ਤਾਂ ਉਹ ਤੁਹਾਡੇ ਲਈ ਇੰਨੀ ਜ਼ਿਆਦਾ ਕੰਪਲੀਕੇਟਡ ਨਹੀਂ ਹੋਏਗੀ, ਕਿਉਂਕਿ ਜਰਨਲ ਐਂਟਰੀ ਆਪਾਂ ਆਲਮੋਸਟ ਸਾਰੀਆਂ ਕਰ ਚੁੱਕੇ ਹਾਂ ਫਸਟ ਟਰਮ ਦੇ ਵਿੱਚ। ਤੇ ਜੇ ਫਿਰ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਆਪਾਂ ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ। ਲਾਈਕ ਜਿੱਦਾਂ ਵਰਕਮੈਨ ਕੰਪਨਸੇਸ਼ਨ ਫੰਡ ਹੁੰਦਾ, ਉਹਦੇ ਲਈ ਕੀ ਕਰਨਾ ਹੈ, ਰਿਜ਼ਰਵ ਹੈ ਜਿਹੜਾ
ਉਹ ਹਮੇਸ਼ਾ ਪਾਰਟਨਰਸ ਦੇ ਕੈਪੀਟਲ ਅਕਾਊਂਟ 'ਚ ਕ੍ਰੈਡਿਟ ਹੋਏਗਾ। ਤਾਂ ਉਹਦੇ ਲਈ ਕੀ ਕਰਾਂਗੇ ਆਪਾਂ, ਵਰਕਮੈਨ ਕੰਪਨਸੇਸ਼ਨ ਰਿਜ਼ਰਵ ਅਕਾਊਂਟ ਡੈਬਿਟ ਟੂ ਪਾਰਟਨਰਸ ਕੈਪੀਟਲ ਅਕਾਊਂਟ। ਤਾਂ ਉਹਨਾਂ ਦੀ ਓਲਡ ਰੇਸ਼ੋ ਦੇ ਵਿੱਚ ਇਹਨੂੰ ਆਪਾਂ ਕੀ ਕਰਦੇ ਰਹਾਂਗੇ, ਇਹਨੂੰ ਆਪਾਂ ਹਮੇਸ਼ਾ ਓਲਡ ਰੇਸ਼ੋ 'ਚ ਡਿਸਟਰੀਬਿਊਟ ਕਰਾਂਗੇ। ਠੀਕ ਹੈ ਜੀ। ਸੋ ਅਗਰ ਹੁਣ ਇਹਦੇ ਦੋ ਕੇਸਿਸ ਨੇ, ਇੱਕ ਵਾਰ ਕਈ ਵਾਰ ਤਾਂ ਇਹ ਹੁੰਦਾ ਕਿ ਕੋਈ ਕਲੇਮ ਨਹੀਂ ਹੁੰਦਾ, ਫਿਰ ਤਾਂ ਸਾਰੇ ਦਾ ਸਾਰਾ ਫੰਡ ਹੈ ਜਿਹੜਾ ਉਹ ਪਾਰਟਨਰਸ ਨੂੰ ਮਿਲ ਜਾਏਗਾ। ਅਗਰ ਪਾਰਟਨਰਸ ਕੁਛ ਨਾ ਕੁਛ ਕਲੇਮ ਕਰ ਰਹੇ ਆ ਉਹਦੇ ਵਿੱਚੋਂ ਪਾਰਟ, ਤਾਂ ਕੀ ਕਰਾਂਗੇ ਆਪਾਂ, ਉਹਨੂੰ ਉਹ ਹਿੱਸਾ ਜਿਹੜਾ ਉਹਨਾਂ ਨੂੰ ਡਿਡਕਟ ਕਰਕੇ ਫਿਰ ਜੋ ਬਚੇਗਾ ਫਿਰ ਉਹ ਰਿਜ਼ਰਵ ਦੇ ਵਿੱਚੋਂ ਪਾਰਟਨਰਸ ਲੈ ਸਕਦੇ ਨੇ। ਠੀਕ ਹੈ ਜੀ। ਸੋ ਇਹ ਸੀਗਾ ਆਪਣਾ ਟੌਪਿਕ। ਤੇ ਇੱਕ ਇੰਸਟਾਲਮੈਂਟ ਦੇ ਵਿੱਚ ਕਿੱਦਾਂ ਜਿਹੜੇ ਹੈਗੇ ਨੇ ਆਪਾਂ ਪੇਮੈਂਟ ਕਰਨੀ ਹੈ, ਉਹ ਅੱਜ ਆਪਾਂ ਸਿੱਖ ਲਿਆ ਕਿ ਇੱਕ ਇੰਸਟਾਲਮੈਂਟ ਨੇ ਜਿਹੜੀ ਉਹ ਪਾਰਟਨਰਸ ਨੂੰ, ਉਹਦੇ ਵਿੱਚ ਆਪਾਂ ਪੇਮੈਂਟ ਹੈ ਜਿਹੜੀ ਉਹ ਤਾਂ ਕਰਨੀ ਹੀ ਕਰਨੀ ਹੈ ਇੰਸਟਾਲਮੈਂਟ ਦੇ ਅਕੋਰਡਿੰਗ, ਬਟ ਉਹਦੇ ਵਿੱਚ ਇੰਟਰਸਟ ਰੇਟ ਹੈ ਜਿਹੜਾ ਉਹ ਵੀ ਇਨਕਲੂਡ ਹੋਣਾ ਕੰਪਲਸਰੀ ਹੁੰਦਾ। ਠੀਕ ਹੈ। ਇੰਟਰਸਟ ਰੇਟ ਉਹ ਰੇਟ ਹੈ ਜਿਹੜਾ ਪਾਰਟਨਰ ਦੇ ਕੈਪੀਟਲ ਦੇ ਲੋਨ ਤੇ ਹੈ। ਠੀਕ ਹੈ ਜੀ। ਇਹ ਲੋਨ ਦੇ ਉੱਪਰ ਇੰਟਰਸਟ ਜਿਹੜਾ ਕੰਪਨੀ ਪੇ ਕਰੇਗੀ, ਤੇ ਉਹ ਕਿਹਦੇ ਕੋਲ ਜਾਏਗਾ ਕਿ ਲੋਨ ਦੀ ਅਮਾਊਂਟ ਫਿਰ ਪਾਰਟਨਰਸ ਦੇ ਅਕਾਊਂਟ 'ਚ ਕ੍ਰੈਡਿਟ ਹੋਏਗੀ। ਠੀਕ ਹੈ। ਹਾਂਜੀ, ਆਈ ਹੋਪ ਕਿ ਸਾਰੇ ਬੱਚਿਆਂ ਨੂੰ ਇਹ ਟੌਪਿਕ ਚੰਗੀ ਤਰ੍ਹਾਂ ਕਲੀਅਰ ਹੋ ਗਿਆ ਹੋਊਗਾ। ਤੇ ਕੋਸ਼ਿਸ਼ ਕਰਨੀ ਹੈ ਤੁਸੀਂ ਆਪਣੇ ਆਪ ਕੋਈ ਨਾ ਕੋਈ ਕੁਐਸਚਨ ਸੋਲਵ ਕਰਨ ਦੀ ਇਸਦੇ ਰਿਲੇਟਡ। ਠੀਕ ਹੈ। ਤੇ ਆਪਾਂ ਕੱਲ੍ਹ ਦੀ ਕਲਾਸ ਦੇ ਵਿੱਚ ਜਿਹੜਾ ਹੈਗਾ ਇੱਕ ਲੌਂਗ ਕੁਐਸਚਨ ਕਰਾਂਗੇ। ਠੀਕ ਹੈ। ਜਿਹਦੇ ਵਿੱਚ ਲੋਨ ਅਕਾਊਂਟ ਹੈ ਜਿਹੜਾ ਉਹ ਕਿੱਦਾਂ ਬਣਦਾ ਇੱਕ ਲੌਂਗ ਕੁਐਸਚਨ ਤੋਂ, ਉਹ ਸਾਰਾ ਆਪਾਂ ਦੇਖਾਂਗੇ। ਠੀਕ ਹੈ ਜੀ। ਸੋ this is all for today. Thank you for attending the class. See you next class.